ਜ਼ਿੰਦਗੀ ਭਰ ਜਿਵੇਂ ਜੂਨ 84 ਤੋਂ ਬਾਅਦ ਜਿਹੜੇ ਸੰਘਰਸ਼ਿਸ਼ ਤੁਰੇ ਹੁਣ ਤੋਬਾ ਕਰਦੇ ਨੇ, ਕਹਿੰਦੇ ਅਸੀਂ ਨਹੀਂ ਜੇ ਤੁਰਨਾ। ਇਹੀ ਹਾਲ ਬਾਕੀ ਸਾਰੀ ਸਿੱਖ ਕੌਮ ਦਾ ਕਸਿਆਰੇ ਬਣਾਉਣ ਲਈ ਇਹ ਕਰਵਾਉਣਾ ਚਾਹੁੰਦੇ ਨੇ। ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਕਿ 3 ਸਤੰਬਰ 1990 ਜਿਹੜੇ ਖਾਲਿਸਤਾਨ ਦੀ ਪ੍ਰਾਪਤੀ ਦਾ ਅਧਿਕਾਰ ਪਾਰਲੀਮੈਂਟ ਵਿੱਚ ਦਾਸ ਨੇ ਲੈ ਕੇ ਦਿੱਤਾ, ਉਸ ਤੋਂ ਪਹਿਲਾਂ ਦਾ ਅਗਰ ਕੋਈ ਡਾਕੂਮੈਂਟ ਜਸਕਰਨ ਸਿੰਘ ਕੋਲ, ਸਿਮਰਨਜੀਤ ਸਿੰਘ ਮਾਨ ਕੋਲ ਤੇ ਇਹਨਾਂ ਦੀਆਂ ਜਥੇਬੰਦੀਆਂ ਕੋਲ ਹੈ ਤਾਂ ਉਹਨੂੰ ਕੌਮ ਦੇ ਸਾਹਮਣੇ ਰੱਖਣ। ਉਸੇ ਦੇ ਆਧਾਰ 'ਤੇ ਹੀ ਸੁਪਰੀਮ ਕੋਰਟ ਦੇ ਅਗਲੇ ਫੈਸਲੇ ਆਏ। 2007 ਨੂੰ ਦਾਸ ਨੇ ਭਾਰਤ ਅੰਦਰ ਖਾਲਿਸਤਾਨ ਲਈ ਡੈਮੋਕ੍ਰੈਟਿਕ ਤੌਰ 'ਤੇ ਸਰਕਾਰੇ ਖਾਲਿਸਤਾਨ ਬਣਾਉਣ ਲਈ ਉਹ ਵੀ ਪੰਜਾਬ ਵਿਧਾਨ ਸਭਾ ਰਾਹੀਂ ਬਿਲਕੁਲ ਸਪਸ਼ਟ ਨਿਸ਼ਾਨੇ ਦਿੱਤੇ ਨੇ ਦਾਸ ਨੇ ਕਿ ਪੰਜਾਬ ਵਿਧਾਨ ਸਭਾ ਰਾਹੀਂ ਸਰਕਾਰੇ ਖਾਲਿਸਤਾਨ ਬਣਾਉਣ ਲਈ ਤੁਸੀਂ ਵੋਟ ਪਵਾ ਸਕਦੇ ਹੋ। ਦਾਸ ਵੱਲੋਂ ਅਧਿਕਾਰ ਲੈ ਕੇ ਇਹ ਦਿੱਤੇ ਗਏ ਹਨ ਕਿ ਭਾਰਤ ਦੇ ਅੰਦਰ ਭਾਰਤ ਦਾ ਨਾਗਰਿਕ ਖਾਲਿਸਤਾਨ ਲਈ ਪੰਜਾਬ ਵਿਧਾਨ ਸਭਾ ਹੀ ਸਰਕਾਰੇ ਖਾਲਿਸਤਾਨ ਬਣਾਉਣ ਵਾਸਤੇ ਕੰਮ ਕਰ ਸਕਦਾ ਹੈ। ਗੱਲ ਸਮਝਿਆ ਜੇ? ਸਿੱਖ ਫਾਰ ਜਸਟਿਸ, ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ ਅਤੇ ਇਹਨਾਂ ਦੇ ਹੋਰ ਸਾਰੇ ਸਮਰਥਕ ਜਿੰਨੇ ਨੇ, ਇਹ ਕਹਿੰਦੇ ਨੇ ਅਸੀਂ ਭਾਰਤ ਤੋਂ ਅਲੱਗਾ ਹੋ ਕੇ ਬਣਾਉਣਾ। ਅਤੇ ਇਹਨਾਂ ਨੇ ਭਾਰਤ ਤੋਂ ਅਲੱਗਾ ਮੇਰੇ ਡਾਕੂਮੈਂਟਸ ਦਾ ਗਲਤ ਇਸਤੇਮਾਲ ਕਰਕੇ ਸਿੱਖ ਕੌਮ ਨੂੰ ਗੁੰਮਰਾਹ ਕਰਦੇ ਨੇ। ਇਸ ਲਈ ਮੈਂ ਸ਼ਾਂਤ ਹੋ ਗਿਆ ਕਿਉਂਕਿ ਤੁਸੀਂ ਉਹਨਾਂ ਨੂੰ ਲੀਡਰ ਮੰਨਦੇ ਹੋ, ਮੇਰੀ ਗੱਲ ਦਾ ਤੁਸੀਂ ਕੋਈ ਇੰਪੋਰਟੈਂਸ ਨਹੀਂ ਸਮਝਦੇ। ਇਸ ਲਈ ਮੈਂ ਕਿਹਾ ਵੀ ਇਹ ਬਣਵਾ ਲਓ ਇਹਨਾਂ ਤੋਂ, ਹੁਣ ਤੁਸੀਂ ਜਿੰਨਾ ਕੁ ਬਣਵਾਉਣਾ ਬਣਾ ਦੇ। ਹੁਣ ਪੰਨੂ ਸਾਹਿਬ ਜਿੰਨਾ ਕੁ ਬਣਵਾ ਕੇ ਦੇਣਾ ਇਹਨਾਂ ਨੇ, ਅਲਟੀਮੇਟਲੀ ਆਉਣਾ ਮੇਰੇ ਵਾਲੇ ਸਿਧਾਂਤ 'ਤੇ ਹੀ ਪੈਣਾ ਸਾਰਿਆਂ ਨੂੰ। ਮੇਰਾ ਸਿਧਾਂਤ ਬੜਾ ਸਪਸ਼ਟ ਜੇ, ਭਾਰਤ ਦੇ ਅੰਦਰ ਸ਼ਾਂਤਮਈ ਢੰਗ ਨਾਲ ਸਰਕਾਰੇ ਖਾਲਿਸਤਾਨ ਪੰਜਾਬ ਵਿਧਾਨ ਸਭਾ ਵਿੱਚ ਬਣਾਵਾਂਗੇ ਅਤੇ ਅਸੀਂ ਨਾਨਕਸ਼ਾਹੀ ਸਰਕਾਰੇ ਖਾਲਿਸਤਾਨ ਰਾਹੀਂ ਨਾਨਕਸ਼ਾਹੀ ਰਾਜ ਵਿਵਸਥਾ ਨੂੰ ਲਾਗੂ ਕਰਾਂਗੇ ਹਰ ਖਿੱਤੇ ਵਿੱਚ। ਇਹ ਸਾਡਾ ਨਿਸ਼ਾਨਾ। ਇਸੇ ਨਿਸ਼ਾਨੇ ਨੂੰ ਪ੍ਰਵਾਨ ਕਰਵਾਇਆ ਸੰਸਦ ਵਿੱਚ ਵੀ, ਹਾਈ ਕੋਰਟ, ਸੁਪਰੀਮ ਕੋਰਟ, ਸੈਸ਼ਨ ਕੋਰਟਾਂ ਤੱਕ, ਈਵਨ ਪੰਜਾਬ ਪੁਲਿਸ ਤੋਂ ਵੀ ਲਿਖਤ ਵਿੱਚ ਲਿਆ। ਇਹ ਜੇ ਅਸਲ ਨਿਸ਼ਾਨਾ ਦਾਸ ਦਾ। ਗੁੰਮਰਾਹ ਨਾ ਹੋਵੋ, ਐਵੇਂ ਇੱਧਰ ਦੇ ਲੱਲੇ ਪੱਬੇ ਮਾਰ ਕੇ ਸਵਾਲ ਨਾ ਕਰੋ, ਹੇਠਾਂ ਕਾਮੈਂਟਸ ਕਰਨੇ ਨਾ ਸ਼ੁਰੂ ਕਰ ਦਿਆ ਕਰੋ, ਗੱਲਾਂ ਨੂੰ ਪਹਿਲਾਂ ਸਮਝਿਆ ਕਰੋ। ਹੁਣ ਜਿਹੜੇ ਕਹਿ ਰਹੇ ਨੇ ਅਸੀਂ ਅੱਡ ਬਣਾ ਕੇ ਦੇਣਾ, ਉਹਨੇ ਜਸਕਰਨ ਸਿੰਘ, ਸਿਮਰਨਜੀਤ ਸਿੰਘ ਮਾਨ, ਪ੍ਰੋਫੈਸਰ ਖਾਲਿਸਤਾਨੀ, ਦਲ ਖਾਲਸਾ ਅਤੇ ਹੋਰ ਜਥੇਬੰਦੀਆਂ ਜਿਨ੍ਹਾਂ ਨੇ 14 ਨੰਬਰ ਕਮਰੇ ਵਿੱਚ, ਕਿਉਂਕਿ ਸਿੱਖ ਫਾਰ ਜਸਟਿਸ ਨੇ ਕਿਹਾ 26 ਜਨਵਰੀ 1986 ਦੇ ਖਾਲਿਸਤਾਨ ਦੇ ਮਤੇ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਅਤੇ ਪੀਰ ਮੁਹੰਮਦ ਸਾਹਿਬ ਉਸ ਦੀ ਅਗਵਾਈ ਕਰ ਰਹੇ ਨੇ। ਜਿਹੜਾ 14 ਨੰਬਰ ਕਮਰੇ ਵਿੱਚ ਇਹਨਾਂ ਨੇ ਦਫ਼ਤਰ ਖਾਲਿਸਤਾਨ ਬਣਾਇਆ ਸੀ। ਵਸਨ ਸਿੰਘ ਜੀ ਜਫਰਵਾਲ ਹੁਣ ਵੀ ਪਿੰਡ ਬੈਠੇ ਨੇ, ਉਹਨਾਂ ਨੂੰ ਤਾਂ ਕੋਈ ਕੁਛ ਨਹੀਂ ਕਹਿੰਦਾ। ਅਤੇ ਨੌਜਵਾਨ ਫਿਰ ਕਿਉਂ ਪੜ੍ਹੇ ਜਾਂਦੇ ਨੇ? ਇਹ ਜੇ ਕਟਹਿਰੇ 'ਚ ਮੈਂ ਖੜਾ ਕਰਦਾ ਇਹਨਾਂ ਨੂੰ, ਇਹ ਜਵਾਬ ਦੇਣ। ਹੁਣ ਦਾਸ ਨੇ 2007 ਵਿੱਚ ਚੋਣਾਂ ਲੜੀਆਂ, 2012 ਵਿੱਚ ਲੜ ਕੇ ਦਿਖਾਈਆਂ, ਤੁਸੀਂ ਨਹੀਂ ਸਾਥ ਦਿੱਤਾ। ਤੁਸੀਂ ਨਹੀਂ ਚਾਹਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਅਸੀਂ ਬਹੁਮਤ ਹਾਸਲ ਕਰਕੇ ਸਰਕਾਰੇ ਖਾਲਿਸਤਾਨ ਬਣਾ ਕੇ ਨਾਨਕਸ਼ਾਹੀ ਰਾਜ ਵਿਵਸਥਾ ਨੂੰ, ਜਿਹੜੀ ਬਾਬਾ ਬੰਦਾ ਸਿੰਘ ਬਹਾਦਰ ਨੇ ਅਤੇ ਜਿਹੜੀ ਸ੍ਰੀ ਗੁਰੂ ਨਾਨਕ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੌਰਮੈਂਟ ਵਿਦਿਨ ਗੌਰਮੈਂਟ ਬਣਾਉਣ ਦਾ ਸੰਕਲਪ ਦਿੱਤਾ ਸੀ, ਤਾਂ ਜੋ ਸਿੱਖ ਕੌਮ ਸੁਰੱਖਿਅਤ ਰਹਿ ਕੇ ਆਪਣੇ ਏਜੰਡੇ 'ਤੇ ਪੂਰੀ ਉਤਰੇ ਅਤੇ ਅੱਗੇ ਵੱਧਦੀ ਰਹੇ ਅਤੇ ਬਾਅਦ ਵਿੱਚ ਆਪਣਾ ਜਿਹੜਾ ਮਰਜ਼ੀ ਝੰਡਾ ਬੁਲੰਦ ਕਰ ਲਏ ਪੰਥ, ਉਹ ਪੰਥ ਦੇ ਹਿੱਸੇ ਆਉਣਾ। ਤੁਸੀਂ ਉਸ ਨੂੰ ਨਕਾਰ ਦਿੱਤਾ। ਇਹਨਾਂ ਦੇ ਨਾਲ ਜੁੜੇ ਹੋ, ਇਹਨਾਂ ਨੇ ਤੁਹਾਨੂੰ ਇਹ ਮਾਰ ਮਰਵਾਈ ਹੈ। ਅਤੇ ਇਸ ਲਈ ਦਾਸ ਬੜਾ ਸਪਸ਼ਟ ਹੈ, ਬੜਾ ਕਲੀਅਰ ਹੈ ਕਿ ਭਾਰਤ ਸਰਕਾਰ, ਪੰਜਾਬ ਸਰਕਾਰ, ਭਾਰਤ ਦੀ ਏਜੰਸੀਆਂ, ਪੰਜਾਬ ਦੀਆਂ ਏਜੰਸੀਆਂ, ਪੰਜਾਬ ਪੁਲਿਸ, ਨੈਸ਼ਨਲ ਸਿਕਿਉਰਿਟੀ ਏਜੰਸੀ, ਇਸ ਦੇ ਨਾਲ ਹੀ ਸਿੱਖ ਫਾਰ ਜਸਟਿਸ ਅਤੇ ਉਸ ਦੇ ਸਾਰੇ ਧੜੇ ਅਤੇ ਗਰੁੱਪ, ਇਹਨਾਂ ਸਾਰੀਆਂ ਗ੍ਰਿਫਤਾਰੀਆਂ ਲਈ ਅਤੇ ਸਰਦਾਰ ਲਵਪ੍ਰੀਤ ਸਿੰਘ ਨੂੰ ਖੁਦਕੁਸ਼ੀ ਕਰਵਾਉਣ ਕੇ ਮਰਵਾਉਣ ਦੀਆਂ ਜ਼ਿੰਮੇਵਾਰ ਹਨ। ਇਹ ਜ਼ਿੰਮੇਵਾਰੀਆਂ ਨੀਅਤ ਜਦ ਤੱਕ ਨਹੀਂ ਕਰੋਗੇ ਔਰ ਠੋਕ ਕੇ ਨਹੀਂ ਤੁਰੋਗੇ, ਪੰਥ ਨਹੀਂ ਜੇ ਬਚਣਾ। ਅਸੀਂ ਹਰ ਮਾਮਲੇ 'ਚ ਪੰਥ ਦੀਆਂ ਅਜਿਹੇ ਮਸਲਿਆਂ ਨੂੰ ਹਮੇਸ਼ਾ ਠੰਡੇ ਬਸਤੇ ਵਿੱਚ ਪਾ ਕੇ ਅੱਗੇ ਵੱਧ ਜਾਂਦੇ ਹਾਂ ਅਤੇ ਪੰਥ ਦੀ ਕੋਈ ਵੀ ਸਮੱਸਿਆ ਦਾ ਅਸੀਂ ਹੱਲ ਨਹੀਂ ਕਰਦੇ, ਕਿਸੇ ਪ੍ਰੋਬਲਮ ਦਾ ਹੱਲ ਨਹੀਂ ਕਰਦੇ, ਅਤੇ ਉਹ
ਪੰਡ ਇੰਨੀ ਵੱਡੀ ਹੋ ਗਈ ਜੇ ਕਿ ਹੁਣ ਪੰਥ ਤੋਂ ਚੱਕੀ ਨਹੀਂ ਜਾ ਰਹੀ। ਕਿਰਪਾ ਕਰਕੇ ਫੈਸਲੇ ਕਰਨੇ ਸਿੱਖੋ। ਆਪਣੀ ਗੁਲਾਮ ਮਨੋਵਰਤੀ ਤੋਂ ਬਾਹਰ ਨਿਕਲੋ, ਵਿਵੇਕ ਨੂੰ ਜਗਾਓ, ਚੇਤਨਾ ਨਾਲ ਜੁੜੋ। ਇਸੇ ਦੀ ਦਾਸ ਆਪ ਸਾਰਿਆਂ ਤੋਂ ਮੰਗ ਕਰਦਾ, ਇਸੇ ਲਈ ਦਾਸ ਆਪ ਸਾਰਿਆਂ ਨਾਲ ਮੁਖਾਤਬ ਹੁੰਦਾ। ਤੇ ਬੜਾ ਸਪਸ਼ਟ ਤੇ ਕਲੀਅਰ ਏਜੰਡਾ ਤੁਹਾਡੇ ਸਾਹਮਣੇ ਮੈਂ ਰੱਖਿਆ। ਜੇ ਤੁਹਾਨੂੰ ਸ਼ੱਕ ਹੈ ਤੇ ਕਾਗਜ਼ਾਂ 'ਚ ਫਰੋਲ ਲਿਆ ਜੇ, ਤੇ ਇਹਨਾਂ ਸਾਰਿਆਂ ਨਾਲ ਦਾਸ ਨੂੰ ਸਾਂਝਾ ਬਿਠਾ ਲਿਆ ਜੇ। ਪਿੱਛੋਂ